ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ SYL ਦੇ ਸੰਬੰਧ ਵਿੱਚ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ SYL ਦਾ ਮਸਲਾ ਇੱਕ ਵਾਰ ਫੇਰ ਤੋਂ ਚਰਚਾ ਵਿੱਚ ਹੈ। SYL ਸਤਲੁਜ ਯਮੁਨਾ ਲਿੰਕ ਨਹਿਰ। ਸੋ ਇੱਕ ਵਾਰ ਫਿਰ ਤੋਂ ਚਰਚਾ ਉਦੋਂ 'ਚ ਆਇਆ ਹੈਗਾ ਜਦੋਂ ਸਿੱਧੂ ਮੂਸੇਵਾਲੇ ਨੇ ਗੀਤ ਗਾਇਆ ਹੈਗਾ SYL। ਭਾਵੇਂ ਕਿ ਸਿੱਧੂ ਮੂਸੇਵਾਲਾ ਇਸ ਦੁਨੀਆ ਵਿੱਚ ਨਹੀਂ ਰਿਹਾ, ਪਰ ਲੋਕ ਅੱਜ ਇਹ ਗੱਲ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲਾ ਇਸ ਜਹਾਨੋਂ ਰੁਖਸਤ ਹੋਣ ਤੋਂ ਬਾਅਦ ਵੀ ਇੱਕ ਵਾਰ SYL ਦੇ ਮਸਲੇ ਨੂੰ ਦੁਬਾਰਾ ਤੋਂ ਉਹ ਯਾਦ ਕਰਵਾ ਗਿਆ ਹੈਗਾ ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ, ਇੱਥੋਂ ਤੱਕ ਕਿ ਹਰਿਆਣੇ ਦੇ ਲੋਕਾਂ ਨੂੰ ਵੀ, ਜਿਨ੍ਹਾਂ ਨੂੰ ਸ਼ਾਇਦ ਭੁੱਲ ਗਿਆ ਸੀ, ਨਵੀਂ ਪੀੜ੍ਹੀ ਦੇ ਬੱਚਿਆਂ ਨੂੰ, ਕਿ SYL ਨਾਂ ਦਾ ਵੀ ਕੋਈ ਮਸਲਾ ਹੈਗਾ। ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕਰਦੇ ਹਾਂ ਕਿ ਜਿਹੜੇ ਸਾਡੇ ਲੀਡਰ ਹੈਗੇ ਨੇ ਉਹਨਾਂ ਦੇ ਵਾਸਤੇ SYL ਇੱਕ ਮੁੱਦਾ ਹੈ ਚੋਣਾਂ ਲੜਨ ਦਾ। ਜਦੋਂ ਇਲੈਕਸ਼ਨ ਆਉਂਦੇ ਨੇ ਤਾਂ ਉਸ ਵੇਲੇ SYL ਦਾ ਮੁੱਦਾ ਚੁੱਕਦੇ ਹੈ, ਪਰ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ ਦੇ ਅਸਲ ਰਾਖੇ ਕੌਣ ਸੀਗੇ, ਇਹਦੇ ਬਾਰੇ ਵੀ ਆਪਾਂ ਲਗਾਤਾਰ ਗੱਲਬਾਤ ਕਰਦੇ ਆਉਂਦੇ ਹਾਂ ਕਿ ਭਾਈ ਬਲਵਿੰਦਰ ਸਿੰਘ ਜਟਾਣਾ, ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਉਹਨਾਂ ਵਰਗੇ ਹੋਰ ਸੂਰਬੀਰ ਬਹਾਦਰ ਯੋਧੇ ਜਿਨ੍ਹਾਂ ਨੇ ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਆਬੋ ਹਵਾ ਅਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਖਾਤਰ ਆਪਣੀਆਂ ਜਾਨਾਂ ਤਲੀ ਦੇ ਉੱਪਰ ਰੱਖ ਕੇ ਜਿਹੜੇ ਸੰਘਰਸ਼ ਦੇ ਵਿੱਚ ਜੂਝਦੇ ਰਹੇ ਔਰ ਆਪਣੀਆਂ ਜਾਨਾਂ ਤੱਕ ਵੀ ਉਹ ਲੋਕ ਕੁਰਬਾਨ ਕਰ ਗਏ। ਆਪਾਂ ਸਾਰੇ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਦੇ ਹਾਂ, ਪਰ ਸਰਕਾਰਾਂ ਨੂੰ ਉਹ ਸਾਰਾ ਕੁਝ ਚੰਗਾ ਨਹੀਂ ਲੱਗਦਾ। ਕੇਂਦਰ ਦੀ ਸਰਕਾਰ ਬਾਬਤ ਗੱਲਬਾਤ ਕਰਾਂਗੇ। ਕੀ ਕੇਂਦਰ ਦੀ ਸਰਕਾਰ ਇਸ ਮਸਲੇ ਦੇ ਪ੍ਰਤੀ ਗੰਭੀਰ ਹੈ? ਕੀ ਕੇਂਦਰ ਦੀ ਸਰਕਾਰ ਪੱਕੇ ਤੌਰ ਤੇ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੀ ਹੈ? ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਦੇ ਵਿੱਚ ਆਖਿਆ ਸੀਗਾ ਕਿ ਸਾਨੂੰ ਚੰਡੀਗੜ੍ਹ ਦੇ ਦਿਓ, ਸਾਨੂੰ ਹਰਿਆਣਾ ਦੇ ਦਿਓ, ਸਾਨੂੰ ਹਿਮਾਚਲ ਦੇ ਦਿਓ। ਭਾਵ ਸਿੱਧੂ ਮੂਸੇਵਾਲੇ ਦਾ ਕਹਿਣ ਦਾ ਸੀਗਾ ਕਿ ਮੈਂ ਪੰਜਾਬ ਬੋਲਦਾ, ਪੰਜਾਬ ਚਾਹੁੰਦਾ ਹੈਗਾ ਕਿ ਸਾਨੂੰ ਸਾਡਾ ਚੰਡੀਗੜ੍ਹ ਦੇ ਦਿਓ, ਪੰਜਾਬ ਚਾਹੁੰਦਾ ਕਿ ਹਰਿਆਣਾ ਵੀ ਸਾਡਾ ਹੀ ਹੈ, ਹਰਿਆਣਾ ਸਾਡੇ ਤੋਂ ਕੋਈ ਵੱਖ ਨਹੀਂ ਹੈ ਪਰ ਵੱਖ ਕਰ ਦਿੱਤਾ ਗਿਆ, ਹਿਮਾਚਲ ਸਾਡਾ ਹੀ ਹੈ, ਹਿਮਾਚਲ ਸਾਡੇ ਨਾਲੋਂ ਵੱਖਰਾ ਨਹੀਂ ਹੈ, ਹਿਮਾਚਲ ਔਰ ਪੰਜਾਬ ਅਸੀਂ ਇੱਕੋ ਹੀ ਹੈ। ਸੋ ਉਹਨੇ ਮੰਗ ਕੀਤੀ ਸੀਗੀ ਕੇਂਦਰ ਦੀ ਸਰਕਾਰ ਦੇ ਕੋਲੋਂ ਕਿ ਸਾਨੂੰ ਸਾਡਾ ਸਾਰਾ ਕੁਝ ਵਾਪਸ ਕਰ ਦਿਓ। ਪਰ ਬਹੁਤ ਸਾਰੇ ਲੋਕ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਸ਼ਾਇਦ ਗੱਲ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ, ਉਹ ਫਿਰ ਉਸ ਗੱਲ ਦਾ ਜਦੋਂ ਉਹਨਾਂ ਨੇ ਜਵਾਬ ਦੇਣਾ ਹੁੰਦਾ ਕਿਸੇ ਹੋਰ ਰੂਪ ਦੇ ਵਿੱਚ ਦਿੰਦੇ ਨੇ। ਇੱਦਾਂ ਹੀ ਇੱਕ ਹਰਿਆਣਾ ਦਾ ਗਾਇਕ ਹੈਗਾ ਮਾਸੂਮ ਸ਼ਰਮਾ। ਮਾਸੂਮ, ਮੈਂ ਜਦੋਂ ਗਾਣਾ ਸੁਣਿਆ ਨਾਂ ਤੋਂ ਮੈਨੂੰ ਲੱਗਾ, ਮੈਂ ਕਿਹਾ ਬੜਾ ਜ਼ਿਆਦਾ ਹੀ ਮਾਸੂਮ ਜਿਹਾ ਮੁੰਡਾ ਹੈਗਾ, ਪਰ ਜਦੋਂ ਮੈਂ ਗਾਣਾ ਸੁਣਿਆ ਤਾਂ ਫਿਰ ਮੈਨੂੰ ਪਤਾ ਲੱਗਾ ਕਿ ਨਹੀਂ, ਇੰਨਾ ਜ਼ਿਆਦਾ ਮਾਸੂਮ ਨਹੀਂ ਹੈਗਾ ਜਿੱਦਾਂ ਦਾ ਉਹਦਾ ਨਾਮ ਮਾਪਿਆਂ ਨੇ ਰੱਖਿਆ ਹੋਇਆ। ਗੱਲ ਨੂੰ ਸਮਝਣ ਦੀ ਜ਼ਰੂਰਤ ਸੀਗੀ। ਸਿੱਧੂ ਮੂਸੇਵਾਲੇ ਨੇ, ਹਰਿਆਣੇ ਦੇ ਲੋਕਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਦੇ ਵਿੱਚ ਦੋਹਾਂ ਫਿਰਕਿਆਂ ਦੇ ਵਿੱਚ ਜਾਂ ਦੋਹਾਂ ਸੂਬਿਆਂ ਦੇ ਵਿੱਚ ਕੋਈ ਤਣਾਅ ਜਾਂ ਨਫ਼ਰਤ ਵਧਾਉਣ ਵਾਲੇ ਅਲਫਾਜ਼ ਨਹੀਂ ਵਰਤੇ ਹੈਗੇ, ਸਗੋਂ ਇੱਦਾਂ ਦਾ ਕੁਝ ਬੋਲਿਆ ਹੈਗਾ ਕਿ ਜਿਵੇਂ ਇੱਕ ਭਰਾ ਜਿਹੜਾ ਵੱਡਾ ਹੈ ਔਰ ਦੂਜੇ ਭਰਾ ਜਿਹੜੇ ਛੋਟੇ ਆ, ਜਿਹੜੇ ਕਿਸੇ ਵਜ੍ਹਾ ਕਰਕੇ ਇੱਕ ਦੂਜੇ ਤੋਂ ਵਿਛੜ ਗਏ ਸੀਗੇ, ਉਹਨਾਂ ਨੂੰ ਇੱਕ ਤਰ੍ਹਾਂ ਬਾਹਾਂ ਖਿਲਾਰ ਕੇ ਕਿਹਾ ਹੈਗਾ ਕੇਂਦਰ ਦੀ ਸਰਕਾਰ ਨੂੰ ਕਿ ਸਾਨੂੰ ਸਾਡੇ ਆਪਣੇ ਭਰਾ ਵਾਪਸ ਦੇ ਦਿਓ। ਸੋ ਛੋਟੇ ਭਰਾ ਨੂੰ ਇਹ ਗੱਲ ਸਮਝਣੀ ਚਾਹੀਦੀ ਸੀਗੀ, ਛੋਟਾ ਕਹਿ ਲਓ ਜਾਂ ਦੂਜਾ ਭਰਾ ਕਹਿ ਲਓ, ਉਹਨੂੰ ਇਹ ਗੱਲ ਸਮਝਣੀ ਚਾਹੀਦੀ ਸੀਗੀ ਕਿ ਵੱਡਾ ਭਰਾ ਤੇ ਮੈਨੂੰ ਆਵਾਜ਼ਾਂ ਮਾਰ ਕੇ ਆਪਣੇ ਗਲ ਲਾਉਣਾ ਚਾਹੁੰਦਾ, ਔਰ ਜਦੋਂ ਵੱਡਾ ਭਰਾ ਆਵਾਜ਼ ਮਾਰਦਾ ਕਿ ਆਓ ਆਪਾਂ ਫਿਰ ਇੱਕ ਵਾਰ ਇਕੱਠੇ ਹੋ ਜਾਈਏ ਜਿੱਦਾਂ ਪਹਿਲਾਂ ਆਪਾਂ ਇਕੱਠੇ ਹੁੰਦੇ ਸੀਗੇ, ਤਾਂ ਜਦੋਂ ਉਹ ਆਵਾਜ਼ ਮਾਰ ਕੇ ਤੁਹਾਨੂੰ ਆਪਣੇ ਕੋਲ ਸੱਦੂਗਾ ਤਾਂ ਭਲਾ ਦੱਸੋ ਜੀ, ਉਹ ਤੁਹਾਨੂੰ ਪਾਣੀ ਖਣੋ ਪਿਆਸਾ ਰਹਿਣ ਦਊਗਾ? ਤੁਹਾਨੂੰ ਕਿਉਂ ਨਾ ਪਾਣੀ ਦਊਗਾ? ਜਿਹੜਾ ਬੰਦਾ ਕਿਸ ਨੂੰ ਆਪਣੇ ਘਰ ਸੱਦ ਲਵੇ ਨਾ 2 ਦਿਨ ਵਾਸਤੇ, ਮੇਰੇ ਕੋਲ ਆ ਕੇ ਰਹਿ ਜਾ ਜਾਂ ਘੜੀ ਘੰਟਾ ਰਹਿ ਜਾ, ਉਹਨੂੰ ਪਾਣੀ ਖਣੋ ਥੋੜ੍ਹੀ ਪਿਆਸਾ ਰਹਿਣ ਦਿੰਦਾ ਹੁੰਦਾ। ਸੋ ਇਹ ਗੱਲ ਉਹਨਾਂ ਨੂੰ ਸਮਝਣੀ ਚਾਹੀਦੀ ਸੀਗੀ, ਪਰ ਉਹਨਾਂ ਨੇ ਇਸ ਗੱਲ ਨੂੰ ਨਹੀਂ ਸਮਝਿਆ। ਇੱਕ ਇਹ ਵੀ ਗੱਲ ਵਿਚਾਰਾਂਗੇ ਅੱਜ ਦੇ ਸ਼ੋਅ ਦੇ ਵਿੱਚ। ਇੱਕ ਹੋਰ ਸਵਾਲ ਹੈਗਾ ਕਿ ਜਿਹੜਾ ਪਾਣੀ SYL ਦਾ ਇੱਧਰੋਂ ਉੱਧਰ ਨੂੰ ਜਾਣਾ ਹੈਗਾ, ਭਾਵ ਕਿ ਪੰਜਾਬ ਤੋਂ ਹਰਿਆਣੇ ਨੂੰ, ਕੀ ਉਹਦਾ ਲਾਭ ਸੱਚਮੁੱਚ ਹਰਿਆਣੇ ਦੇ ਆਮ ਕਿਸਾਨ ਜਿਹੜੇ ਨੇ ਉਹਨਾਂ ਦੇ ਖੇਤਾਂ ਨੂੰ ਹੋਏਗਾ ਜਾਂ ਨਹੀਂ ਹੋਏਗਾ ਵੀ ਜਾਂ ਨਹੀਂ, ਇਹ ਵੀ ਆਪਾਂ ਵਿਚਾਰਾਂਗੇ। ਇਸ ਤੋਂ ਇਲਾਵਾ ਆਪਾਂ ਇੱਕ ਹੋਰ ਗੱਲ ਵਿਚਾਰਾਂਗੇ ਕਿ ਹਰਿਆਣੇ ਦੇ ਲੋਕ ਜਿਹੜੇ ਪਾਣੀ ਮੰਗਦੇ ਆ SYL ਦਾ, ਜਿਹੜੇ ਇਦਾਂ ਕਹਿੰਦੇ ਆ, ਉਹ ਆਪਣੇ ਗੀਤ ਵਿੱਚ ਵੀ ਕਹਿੰਦਾ ਕਿ ਹਰਿਆਣੇ ਦੇ ਲੋਕਾਂ ਨੂੰ ਨਾ ਇੱਕ ਵਾਰੀ ਆਪਣੀ ਰੌਂ ਦੇ ਵਿੱਚ ਆ ਲੈਣ ਦਿਓ, ਉਹਨਾਂ ਦਾ ਖੂਨ ਖੌਲਦਾ ਕਿਉਂ ਨਹੀਂ, ਖੂਨ ਜਿਹੜਾ ਇੱਕ ਵਾਰੀ ਖੌਲ ਲੈਣ ਦਿਓ, ਪਾਣੀ ਦਾ ਤੁਪਕਾ ਟਪਕਾ ਲਵਾਂਗੇ, ਪੂਰਾ ਅੱਧਾ ਪਾਣੀ ਲਵਾਂਗੇ। ਸੋ ਇਹ ਗੱਲ ਜਿਹੜੀ ਹੈ ਉਹ ਕੇਂਦਰ ਦੀ ਸਰਕਾਰ ਨੂੰ ਕਿਉਂ ਨਹੀਂ ਕਹਿੰਦੇ? ਕੇਂਦਰ ਦੀਆਂ ਅੱਖਾਂ ਦੇ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਿਉਂ ਨਹੀਂ ਕਰਦੇ? ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਹੈਗੇ ਕਿ ਯਮੁਨਾ ਨਹਿਰ ਤਾਂ ਸਾਡੇ ਲਾਗੇ ਵਗਦੀ ਹੈ, SYL ਉਹ ਦੂਰ ਹੈ, ਇੰਨੀ ਦੂਰੋਂ ਪਾਣੀ ਕਿਉਂ ਮੰਗਵਾਉਣਾ ਹੈਗਾ? ਖਰਚਾ ਵੀ ਜ਼ਿਆਦਾ ਆਉਣਾ ਹੈਗਾ, ਜਿਹੜਾ ਲਾਗੇ ਪਾਣੀ ਹੈਗਾ ਉਹਦੀ ਮੰਗ ਕਿਉਂ ਨਹੀਂ ਕੀਤੀ ਜਾਂਦੀ? ਇਹ ਵੀ ਸਵਾਲ ਵਿਚਾਰਾਂਗੇ। ਮੇਰੇ ਨਾਲ ਹਰਿਆਣੇ ਤੋਂ ਹੈਗੇ ਨੇ ਵੀਰ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰਦਾਰ ਮਨੋਜ ਸਿੰਘ
ਦੂਹਲ ਜਿਹੜੇ ਕਿ ਹਰਿਆਣਾ ਵਿੱਚ ਰਹਿੰਦੇ ਹੈਗੇ ਨੇ। ਪਿੱਛੇ ਜੇ ਮੈਨੂੰ ਅੰਮ੍ਰਿਤਸਰ ਮਿਲੇ ਸੀਗੇ 6 ਜੂਨ ਵਾਲੇ ਦਿਨ, ਮੈਂ ਉਦੋਂ ਵੀ ਉਹਨਾਂ ਨੂੰ ਮਿਲਿਆ, ਅਸੀਂ ਗਲਵੱਕੜੀ ਪਾ ਕੇ ਮਿਲੇ ਆ। ਸੋ ਪੰਜਾਬੀਆਂ ਨੂੰ ਤੇ ਸਾਨੂੰ ਹਰਿਆਣੇ ਵਾਲਿਆਂ ਨੂੰ ਸਾਨੂੰ ਤੇ ਲੱਗਦਾ ਹੀ ਨਹੀਂ ਹੈਗਾ ਕਿ ਆਪਾਂ ਵੱਖਰੇ ਵੱਖਰੇ ਹੈਗੇ ਆ, ਨਾ ਸਾਨੂੰ ਇੱਕ ਦੂਜੇ ਦੇ ਕੋਲੋਂ ਵੇਖ ਕੇ ਨਫ਼ਰਤ ਆਉਂਦੀ ਹੈ। ਪਰ ਕਿਸੇ ਨਾ ਕਿਸੇ ਵਜ੍ਹਾ ਕਰਕੇ, ਖਾਸ ਕਰਕੇ ਜਿਹੜੀਆਂ ਸਾਡੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਨੇ ਜਾਂ ਕਹਿ ਲਓ ਮੇਨ ਕੇਂਦਰ ਸਰਕਾਰ, ਭਾਰਤ ਦੀ ਸਰਕਾਰ, ਉਹਨਾਂ ਨੇ ਵੱਡੀਆਂ ਪਾਤੀਆਂ, ਉਹਨਾਂ ਦੀ ਬਦੌਲਤ ਨਫ਼ਰਤ ਪੈਦਾ ਹੋ ਗਈ। ਆਪ ਦਿੱਲੀ ਬੈਠ ਕੇ ਨਜ਼ਾਰੇ ਲੈ ਰਹੇ ਨੇ। ਸੋ ਹਰਿਆਣਾ ਨਿਵਾਸੀ ਮਨੋਜ ਸਿੰਘ ਜੀ ਨਾਲ ਆਪਾਂ ਗੱਲਬਾਤ ਕਰਾਂਗੇ, ਕਿਉਂਕਿ ਕਈਆਂ ਨੂੰ ਲੱਗੂਗਾ ਕਿ ਜੇ ਪੰਜਾਬ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਪੰਜਾਬ ਤਾਂ ਆਪਣੇ ਹੱਕ ਦੇ ਵਿੱਚ ਹੀ ਬੋਲਣਗੇ, ਹਰਿਆਣੇ ਦੇ ਵਾਸੀ ਕੀ ਸੋਚਦੇ ਨੇ। ਇਸ ਕਰਕੇ ਮੈਂ ਅੱਜ ਸਪੈਸ਼ਲ ਉਹਨਾਂ ਨੂੰ ਆਪਣੇ ਲਾਈਵ ਸ਼ੋਅ ਦੇ ਵਿੱਚ ਲੈ ਕੇ ਆਇਆ, ਸਰਦਾਰ ਮਨੋਜ ਸਿੰਘ ਦੂਹਲ। ਦੂਹਲ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮਨੋਜ ਸਿੰਘ ਜੀ, ਕੀ ਹਾਲ ਨੇ ਤੁਹਾਡੇ? ਚੜ੍ਹਦੀ ਕਲਾ ਚੋ ਜੀ? ਹਾਂਜੀ, ਸਹੀ ਚੱਲ ਰਿਹਾ ਭਾਈ ਸਾਹਿਬ ਜੀ। ਮੈਂ ਪੰਜਾਬੀ 'ਚ ਗੱਲ ਕਰੂੰਗਾ, ਤੁਸੀਂ ਪੂਰੀ ਸਮਝੋਗੇ ਜੀ? ਆਪ ਤੁਸੀਂ ਪੰਜਾਬੀ ਵਿੱਚ ਬੋਲ ਸਕਦੇ ਹੋ। ਠੀਕ ਹੈ ਜੀ, ਠੀਕ ਹੈ ਜੀ। ਮਨੋਜ ਸਿੰਘ ਜੀ, ਆਪਾਂ ਗੱਲ ਸ਼ੁਰੂ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਉਸ ਗੀਤ ਤੋਂ, ਜਿਸ ਤੋਂ ਦੁਬਾਰਾ ਫਿਰ ਚਰਚਾ ਵਿੱਚ ਆਈ ਹੈ SYL ਨਹਿਰ। ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਉਸ ਗੀਤ ਦੇ ਵਿੱਚ ਕੁਝ ਗਲਤ ਲੱਗਾ ਜਿਹੜਾ ਸਿੱਧੂ मूसेवाले ने गाया? देखिए, उस गीत में कुछ भी गलत नहीं था कि जानबूझ के इस चीज को एक गलत तरीके से हरियाणा में पेश किया जा रहा है, और जो लोग पेश इसको गलत तरीके से कर रहे हैं वो इसलिए कर रहे हैं कि हरियाणा और पंजाब आपस में लड़ें, क्योंकि किसान मोर्चे के ऊपर हरियाणा पंजाब ने आपस में मिलकर जो सरकार को झुकाया है, जो मोदी से माफी मंगवाई है, ये चीज इनको सहन नहीं हो रही। और आज इनके लिए सबसे बड़ा चैलेंज ही यही बना हुआ है कि हरियाणा और पंजाब आपस में लड़े। और जिस मासूम शर्मा का आपने जिक्र किया, ये मासूम शर्मा जो है ये हरियाणा को रिप्रेजेंट नहीं करता जी। इवन इसकी बिरादरी जो है, जिस शर्मा कास्ट से ये आया है, ये बिरादरी भी हरियाणा को रिप्रेजेंट नहीं करती। तो ये माइक्रो माइनॉरिटी के लोग हैं, ये ब्राह्मणवादी लोग हैं। रामकेश जीवनपुरिया ये भी इन्हीं की कम्युनिटी से बिलोंग करता है। ये चाहते हैं कि हरियाणा का जाट जो है वो पंजाब के अपने भाइयों से लड़े और इन्हीं लोगों की हुकूमत चलती रहे। तो जिस वजह से इनको हमें गंभीरता से नहीं लेना है, क्योंकि जब किसान मूवमेंट चल रहा था तब इन्होंने कोई भी गाना जो है वो किसान मूवमेंट के हक में नहीं गाया। कोई भी इनका जो सॉन्ग है वो किसान मूवमेंट के हक में नहीं आया। तो अब ये इतने बड़े किसान हितैषी कैसे हो गए कि अब ये पानी की बात कर रहे हैं? इनको पानी की बात भी नहीं करनी, इनका असल मुद्दा है हरियाणा और पंजाब को आपस में लड़वाया जाए। और इस चीज को हरियाणा की जनता भी समझती है, इस बात को हरियाणा का आवाम भी समझता है, हरियाणा की किसान बिरादरियां भी समझती हैं कि ये लोग जो हैं, ये गाने बजाने वाले जो हरियाणा के सरकारी भांड हैं, वो हरियाणा को और पंजाब को आपस में लड़वा कर जो है वो दिल्ली का फायदा पहुंचाना चाहते हैं, दिल्ली का हित ये लोग साधना चाहते हैं। तो इसलिए मासूम शर्मा और जितने भी गायक जो पंजाब के और SYL के ऊपर जो हरियाणा में जो अपने गीत गा रहे हैं, वो केवल और केवल जो है सरकारी जो है अपनी नौकरी पक्की करने के लिए इस तरीके से गा रहे हैं। और उनका हरियाणा की जनता जो है उसको उनकी बातों से कोई इत्तेफाक नहीं लगती है जी। मनोज सिंह जी, मैं ਤੁਹਾਡੇ ਕੋਲ ਇਹ ਵੀ ਜਾਣਨਾ ਚਾਹੁੰਦਾ ਹੈ ਕਿ ਜਿੱਦਾਂ ਤੁਸੀਂ ਹਰਿਆਣੇ ਦੇ ਆਮ ਵਾਸੀ ਹੋ, ਹਕੂਮਤ ਦੇ ਸਰਕਾਰੀ ਦਰਬਾਰੇ ਤੁਹਾਡਾ ਵਿੱਚ ਕੋਈ ਰੁਤਬਾ ਨਹੀਂ ਹੈਗਾ, ਆਮ ਨਾਗਰਿਕ ਹੋਣ ਦੇ ਨਾਤੇ ਕੀ ਸਮਝਦੇ ਹੋ ਕਿ ਜੇ SYL ਦਾ ਪਾਣੀ ਇਧਰੋਂ ਉਧਰ ਨੂੰ ਜਾਂਦਾ ਹੈ ਤਾਂ ਉਹਦਾ ਲਾਭ ਉੱਥੋਂ ਦੇ ਆਮ ਕਿਸਾਨਾਂ ਨੂੰ ਹੋਊਗਾ? ਜਿਵੇਂ ਉੱਥੋਂ ਦੇ ਲੀਡਰ ਕਈ ਵਾਰ ਕਹਿ ਵੀ ਚੁੱਕਿਆ ਕਿ 2024 ਦੇ ਇਲੈਕਸ਼ਨ ਜਦੋਂ ਹੋਣਗੇ ਤਾਂ ਉਸ ਤੋਂ ਬਾਅਦ ਜਿਹੜਾ ਹਰਿਆਣੇ ਉਹ ਜਿਹੜਾ ਪਾਣੀ ਹੈਗਾ ਉਹ ਸਾਡੇ ਕਿਸਾਨਾਂ ਦੇ ਖੇਤਾਂ ਨੂੰ ਮਿਲੂਗਾ। ਕੀ ਤੁਹਾਨੂੰ ਲੱਗਦਾ ਕਿ फायदा मिलेगा उत्थों के आम किसानों को? देखिए, हरियाणा को पंजाब से अलग हुए लगभग 50 साल हो चुके हैं भाई साहब जी। 1966 में 1 नवंबर को हरियाणा को पंजाब से अलग कर दिया गया, तो 50 साल हो चुके हैं। 50 साल में जो है 2 जनरेशंस और नवी आ चुकी हैं, 2 न्यू जनरेशंस आ चुकी हैं। इसकी वजह से बहुत सारा माहौल जो है बदल चुका है। पंजाब का जो ग्राउंड वाटर लेवल जो है वो बहुत नीचे जा चुका है। पंजाब के पास आज खुद पानी नहीं है, तो पंजाब हरियाणा को पानी कहां से देगा? अब कोई जिद करे कि हमें पानी दो, अब पंजाब के पास खुद पानी नहीं है। पंजाब के अंदर ही जल संकट जो है बहुत ज्यादा गहरा चुका है, और इन
फ्यूचर अगर इसकी जो है मजम्मत नहीं की गई, इस चीज को नहीं रोका गया, तो और भी ज्यादा संकट की गहराएगा। जी तो इसलिए पंजाब के पास पानी है कहां पर जो पंजाब पानी हरियाणा को दे, जी एक चीज। दूसरी बात यह है कि भाई अगर हरियाणा अपने रिसोर्सेज को खुद ढंग से मैनेज कर ले तो हरियाणा के अंदर भी पानी की आज के दिन कमी नहीं रहेगी। हरियाणा का पानी आज मुनक नहर से होता हुआ दिल्ली में जा रहा है। 2016 में जो आंकड़े आए थे वो ये थे कि दिल्ली का जो 60% पानी है वो हरियाणा से दिल्ली में जा रहा है, जिसको दिल्ली यूज कर रही है मुनक नहर से होता हुआ। आज 2022 के अंदर वो पानी लगभग 70% जो दिल्ली पानी यूज करती है वो हरियाणा से जाता है ओ मुनक नहर से होता हुआ। तो सवाल ये है कि भाई हरियाणा दिल्ली को पानी क्यों दे, जी और हरियाणा दिल्ली को पानी जो है, दिल्ली के अंदर आज के दिन 60 to 70% जो आबादी है वो उत्तर प्रदेश की, माने पूर्वी उत्तर प्रदेश, ईस्ट उत्तर प्रदेश और बिहार की है। जी तो नेचुरल जस्टिस के हिसाब से उनका दायित्व बनता है, उनकी जिम्मेदारी बनती है प्राकृतिक न्याय के हिसाब से कि दिल्ली में चूंकि बिहार के और ईस्ट यूपी के लोग ज्यादा हैं, तो उनको पानी जो है बिहार और उत्तर प्रदेश की सरकार मुहैया करवाई। इसका बोझ जो है वो हरियाणा के ऊपर क्यों डाला जा रहा है? तो जी इस वजह से दिल्ली का कॉरपोरेट जो है वो हरियाणा का पानी इस्तेमाल कर रहा है, और दूसरी तरफ अरविंद केजरीवाल जानबूझकर हरियाणा को बदनाम कर रहे हैं। उन्होंने कहा कि हरियाणा और पंजाब का जो धान की फसल होती है, जी जो चावल की फसल होती है, उसमें जो पराली जो जलाई जाती है उसकी वजह से पोल्यूशन हो रहा है। जी इनका भाव यह है कि जानबूझ के हरियाणा और पंजाब वो धान की फसल को उगाना बंद कर दे, जिसकी वजह से जो पानी की बचत होगी वो पानी भी हम लोग दिल्ली को दे दें। इनका भाव यह है। आप देखें दिल्ली सरकार जो है अभी 13 लाख नए फ्लैट्स दिल्ली में बनाएगी। अब 13 लाख नए फ्लैट्स अगर दिल्ली में बनाएगी तो इसका मतलब ये है कि 50 लाख नए लोगों को दिल्ली में बसाया जाएगा। अब वो 50 लाख जो लोग होंगे वो हरियाणा के नहीं होंगे, वो पंजाब के नहीं होंगे, वो यूपी और बिहार और बांग्लादेश और पश्चिम बंगाल के वो लोग होंगे जिनको दिल्ली में बसाया जाएगा। तो उनको ज्यादा पानी की जरूरत रहेगी। उस पानी की व्यवस्था भी जो है ये चाह रहे हैं कि हरियाणा और पंजाब चावल की खेती ना करके दिल्ली को पानी दे। तो इस वजह से दिल्ली को उत्तर प्रदेश पानी दे, दिल्ली को बिहार पानी दे, और हरियाणा दिल्ली को पानी ना दे। और अगर हरियाणा दिल्ली को पानी नहीं देगा तो दिल्ली को हरियाणा पानी नहीं देगा तो हरियाणा में पानी की कोई कमी नहीं है। दूसरा, हरियाणा का पानी अगर SYL फर्ज करो आ भी जाती है जी, अगर हम लोग इस इश्यू को भी सेटल कर लें कि भाई पानी हालांकि है नहीं पंजाब के पास, लेकिन हाइपोथेटिकली मान लें कि हरियाणा के अंदर SYL के थ्रू पानी आ भी जाता है, तो वो पानी कौन से डिस्ट्रिक्ट्स में हरियाणा में जाएगा? हरियाणा में जो जिम्मेदार जाट जिम्मेदारों की जो बेल्ट है उसमें SYL का पानी नहीं आएगा। ये जाएगा साउथ हरियाणा में जो यादव बेल्ट है, जो अहीर बेल्ट है। हमें अहीर बेल्ट से कोई हमारा मनमुटाव नहीं है, वो भी हमारे भाई हैं। लेकिन दिक्कत क्या है कि जो किसान मूवमेंट चला दिल्ली में 1.5 साल तक, उसमें अहीर वाटी से, अहीर बेल्ट से कोई रिप्रेजेंटेशन वहां नहीं पहुंचा। उन्होंने कोई किसान मूवमेंट में हमारा साथ नहीं दिया। अब जो लोग किसान मूवमेंट में हमारा साथ नहीं दे रहे, तो हम लोगों का दिमाग थोड़ा ना खराब है कि हम अपने पंजाब अपने भाई से लड़ें उन लोगों के लिए जिनका किसान मूवमेंट में कोई जो है प्रतिनिधि नहीं पहुंचा, जिन्होंने किसान मूवमेंट में कोई लड़ाई नहीं लड़ी। लेकिन जो गायक हैं हरियाणा के, वो जाटों को खासकर टारगेट करके, इनके फीलिंग्स को एक्सप्लॉइट करके जो है जानबूझ के हमें पंजाब से लड़वाने के लिए जो है ये गीत गा रहे हैं। और ये चाह रहे हैं कि जाट जो है वो आगे बढ़ के लड़ाई लड़के पानी को ले आए और SYL नहर का पानी जो है वो साउथ हरियाणा को जाए। और साउथ हरियाणा जो है उसने किसान मूवमेंट के अंदर कोई उनका रिप्रेजेंटेशन नहीं रहा था। तो जिस वजह से SYL के पानी का हरियाणा की एग्रीकल्चरिस्ट जाट बिरादरी या जाट ट्राइब को कोई फायदा नहीं होने वाला है। और अहीर बेल्ट जो है
उसके अंदर भी मेरा उनसे ये निवेदन है, अहीर बेल्ट से या यादव बेल्ट से या साउथ हरियाणा बेल्ट से, कि भाई आपका पानी तो गुड़गांव में जा रहा है, साउथ हरियाणा का पानी गुड़गांव में जा रहा है। 90% जो पानी है साउथ हरियाणा का, वो अकेला गुड़गांव का कॉरपोरेट उसको जो है यूज कर रहा है, और गुड़गांव के अंदर 70% पॉपुलेशन जो है वो बाहर की है। वहां साउथ इंडियन ज्यादा है गुड़गांव के अंदर, वहां बिहार से ज्यादा है, ईस्ट उत्तर प्रदेश से ज्यादा है। तो गुड़गांव जो है वो एक पैरासाइट बन चुका है पूरे साउथ हरियाणा के ऊपर। तो मेरा कहने का मतलब ये है कि हरियाणा अगर अपने पानी का सही डिस्ट्रीब्यूशन करे, सही अपने पानी का इस्तेमाल करे, तो हरियाणा के अंदर आज के दिन पानी की समस्या खत्म हो जाएगी। लेकिन चूंकि कॉरपोरेट घराने जो है वो राजनीति को प्रभावित कर रहे हैं, चूंकि कॉरपोरेट्स पॉलिटिक्स को प्रभावित कर रहे हैं, इस वजह से कॉरपोरेट्स की वजह से जो है हरियाणा के अंदर पानी का सही डिस्ट्रीब्यूशन नहीं हो पा रहा और ये समस्या पैदा हो चुकी है। इस समस्या पर से ध्यान बांटने के लिए जो है तमाम सियासी दल और तमाम ये इनके गायक ये हरियाणा पंजाब को लड़वाने के लिए SYL के इशू को उठा रहे हैं। जी मनोज सिंह जी, मैं ਤੁਹਾਡੇ ਕੋਲ ਇਹ ਵੀ ਜਾਣਨਾ ਚਾਹੁੰਦਾ, ਜਦੋਂ ਤੁਸੀਂ ਗੱਲ ਕਰਦੇ ਹੋ ਹਰਿਆਣੇ ਵਿੱਚ ਬੈਠ ਕੇ ਤਾਂ ਬਹੁਤ ਸਾਰੇ ਲੋਕ ਹਰਿਆਣੇ ਦੇ ਤੁਹਾਡੇ ਸੂਬੇ ਦੇ ਉਹਨਾਂ ਨੂੰ ਇਹ ਲੱਗਦਾ ਹੋਊਗਾ, ਵੈਸੇ ਤਾਂ ਨਾ ਮੈਨੂੰ ਸਾਡਾ ਤੁਹਾਡਾ ਕਹਿਣਾ ਮੈਨੂੰ ਬਹੁਤ ਓਪਰਾ ਜਿਹਾ ਲੱਗਦਾ, ਮੈਨੂੰ ਚੰਗਾ ਨਹੀਂ ਲੱਗਦਾ ਹੈ, ਕਿਉਂਕਿ ਆਪਾਂ ਸਾਰੇ ਇਕੱਠੇ ਹੀ ਹੈਗੇ, ਇੱਕੋ ਹੀ ਹੈਗੇ ਹੈ ਨਾ ਜੀ। ਔਰ ਜਦੋਂ ਬਾਣੀ ਪੜ੍ਹਦੇ ਹਾਂ ਉਸ ਵੇਲੇ ਤਾਂ ਆਪਾਂ ਹੋਰ ਜ਼ਿਆਦਾ ਇਕੱਠੇ ਹੋ ਜਾਂਦੇ ਹਾਂ ਵੀ ਏਕ ਪਿਤਾ ਏਕ ਸਕੇ ਹਮ ਬਾਰਿਕ, ਭਈ ਇੱਕ ਪਰਮਾਤਮਾ ਸੀ, ਸਾਰੇ ਉਹਦੇ ਬੱਚੇ ਹੈਗੇ ਆ, ਫਿਰ ਨਾ ਕੋਈ ਬੈਰੀ ਨਹੀਂ ਬੇਗਾਨਾ ਵਾਲੀ ਗੱਲ ਹੈਗੀ ਆ। ਪਰ ਔਰ ਜਿਹੜਾ ਪੰਜਾਬ ਹੈਗਾ ਪੰਜਾਬ ਔਰ ਹਰਿਆਣਾ ਇਹ ਤਾਂ ਬਿਲਕੁਲ ਵੱਖ ਹੈ ਹੀ ਨਹੀਂ ਹੈ, ਪਰ ਕਿਸੇ ਵਜ੍ਹਾ ਕਰਕੇ ਚਲੋ ਹੋ ਗਿਆ ਵੱਖ। ਤੇ ਜਿਹੜੇ ਤੁਹਾਡੇ ਲੋਕ ਹੈਗੇ ਨੇ ਉੱਥੋਂ ਦੇ ਹਰਿਆਣੇ ਦੇ, ਉਹਨਾਂ ਵਿੱਚੋਂ ਕਈਆਂ ਦੇ ਮਨ ਵਿੱਚ ਇਹ ਖਿਆਲ ਆਉਂਦਾ ਹੋਊਗਾ ਕਿ ਸਰਦਾਰ ਮਨੋਜ ਸਿੰਘ ਦੂਹਲ ਪਰ ਰਹਿੰਦੇ ਤਾਂ ਸਾਡੇ ਇੱਥੇ ਹਰਿਆਣੇ ਵਿੱਚ ਵਾ, ਪਰ ਬੋਲੀ ਪੰਜਾਬ ਦੀ ਬੋਲਦੇ ਆ, ਪੰਜਾਬੀਆਂ ਦੀ ਬੋਲੀ ਬੋਲਦੇ ਆ। ਤੇ ਤੁਸੀਂ ਕਿੱਦਾਂ ਸਮਝਾਉਣਾ ਚਾਹੋਗੇ ਆਪਣੇ ਸੂਬੇ ਦੇ ਉਹਨਾਂ ਲੋਕਾਂ ਨੂੰ, ਜਾਂ ਜਿਹਨਾਂ ਜਾਟ ਭਾਈਚਾਰੇ ਦੇ ਲੋਕਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੂੰ ਇਹਦਾ ਫਾਇਦਾ ਹੋਣ ਵਾਲਾ ਨਹੀਂ ਹੈਗਾ, ਭਈ ਉਹ ਅਹੀਰ ਬਰਾਦਰੀ ਵਾਲੇ ਜਿਹੜੇ ਹੈਗੇ ਨੇ ਵੀ ਉਹ ਉਹਨਾਂ ਨੂੰ ਮੋਹਰੇ ਲਾ ਕੇ ਪੰਜਾਬੀਆਂ ਨਾਲ ਲੜਾਉਣਾ ਚਾਹੁੰਦੇ ਆ, ਮਸਲਾ ਇਹੀ ਹੈਗਾ। ਸੋ ਤੁਸੀਂ ਆਪਣੇ ਲੋਕਾਂ ਨੂੰ ਕਿੱਦਾਂ ਸਮਝਾਉਣਾ ਚਾਹੋਗੇ ਕਿ ਭਾਈ ਮੈਂ ਹਰਿਆਣੇ ਦੇ ਹੱਕ 'ਚ ਹੀ ਬੋਲਦਾ ਹੈਗਾ, ਮੈਂ ਪੰਜਾਬ ਦਾ ਕੋਈ ਵਿਰੋਧੀ ਨਹੀਂ ਹੈਗਾ, ਨਾ ਕੋਈ ਮੈਂ ਐਡਾ ਜ਼ਿਆਦਾ ਹਮੈਤੀ ਹੈ, ਤੁਸੀਂ ਉਹਨਾਂ ਨੂੰ ਕਿੱਦਾਂ ਸਮਝਾ ਸਕੋਗੇ ਇਹ ਸਾਰੀ ਗੱਲ, ਜਾਂ ਸਮਝਦੇ ਨੇ ਉਹ ਲੋਕ? नहीं भाई साहब, हम लोग सर छोटू राम जी को अपना आदर्श मानकर हम अपना काम कर रहे हैं जी। और सर छोटू राम जी की जो हुकूमत थी, उस हुकूमत में सबसे ज्यादा हरियाणा को और सबसे ज्यादा यूनाइटेड पंजाब को फायदा हुआ था। वो हमारी लीडरशिप है। हमारी लीडरशिप, आज की लीडरशिप हमारी आदर्श नहीं है कि हम लोग इनकी नीतियों को आदर्श मानकर जो है काम करें। सर छोटू राम ने यूनाइटेड पंजाब की बात की थी। उन्होंने कहा था कि कोई भी अगर आप सोचें, किसी भी इश्यू के ऊपर आप सोचें, तो आप यूनाइटेड पंजाब को अपने सामने रखकर सोचें। तो हम लोग केवल हरियाणा को नहीं, केवल जो है पंजाब को नहीं, बल्कि इस पूरे खित्ते को, पूरे यूनाइटेड पंजाब को हम लोग सामने रख के सोचेंगे कि भाई पूरे यूनाइटेड पंजाब का हक किस चीज में है। और पूरे यूनाइटेड पंजाब का हक इसी बात में है, उनका हित, उनका बेनिफिट इसी बात में है कि हम लोग इकट्ठे मिलकर काम करें, कॉमन इश्यूज के ऊपर, कॉमन एजेंडा के ऊपर हम लोग काम करें। अब जैसे दोनों ने मिलकर लड़ाई लड़ी तो दिल्ली में हम लोग लड़ाई जीत गए, इसी तरीके से अगर हम लोग दोनों इकट्ठे मिलकर लड़ाई लड़ते हैं तो हम लोग गंगा के पानी को जो है हरियाणा में ला सकते हैं, गंगा के पानी को हम लोग जो है पंजाब में ला सकते हैं। भाई जब पंजाब का पानी राजस्थान, हरियाणा और न जाने कितने स्टेट्स में ये लोग बांटने की सोच रहे हैं, तो हम लोग गंगा के पानी को क्यों नहीं ला सकते? तो इस वजह से हरियाणा और पंजाब का हित इसी में है कि आपस में हम लोग लड़ेंगे तो दिल्ली हम पर हुकूमत करेगी, और अगर हम लोग आपस में इकट्ठे हो जाएंगे तो हम लोग जो है इस मुल्क पर हुकूमत कर सकते हैं, इस साउथ एशिया को प्रभावित कर सकते हैं। तो जिस वजह से मैं हरियाणा के हक में ही सोच रहा हूं कि भाई पंजाब से लड़ने में हमारा कोई फायदा नहीं है, और पंजाब से हमें ब्राह्मणवादी शक्तियां लड़वा रही हैं, पंजाब से हमें मनुवादी शक्तियां लड़वा रही हैं, और जिस वजह से हरियाणा का हित ही इस चीज में है कि वो पंजाब के साथ मिलकर जो है काम करे और पंजाब के कदम पे कदम रखकर, कदम ताल करते हुए पंजाब से आगे बढ़े। जी मनोज सिंह जी, ਤੁਹਾਡੇ ਇਹਨਾਂ ਬੋਲਾਂ ਦੇ ਨਾਲ ਮੈਂ ਵੀ ਉਮੀਦ ਕਰਦਾ ਕਿ ਜਿਹੜੇ ਹਰਿਆਣੇ ਦੇ ਆਮ ਲੋਕ ਹੈਗੇ ਨੇ ਉਹਨਾਂ ਨੂੰ ਵੀ ਜ਼ਰੂਰ
ਇਹ ਗੱਲ ਸਮਝ ਆਉਂਦੀ ਹੋਊਗੀ ਜਾਂ ਉਹਨਾਂ ਨੂੰ ਆਉਣੀ ਚਾਹੀਦੀ ਹੈ ਕਿ ਸਾਡਾ ਹਿੱਤ ਕਿਸ ਗੱਲ ਵਿੱਚ ਆ, ਸਾਡਾ ਭਲਾ ਕਿਸ ਗੱਲ ਵਿੱਚ ਹੈਗਾ ਆ, ਔਰ ਸਾਨੂੰ ਲੜਾ ਕੌਣ ਰਿਹਾ ਹੈਗਾ, ਕਿਸ ਵਜ੍ਹਾ ਕਰਕੇ ਲੜਾ ਰਿਹਾ ਹੈਗਾ, ਔਰ ਸਾਨੂੰ ਫਾਇਦਾ ਕਿਹੜੀ ਗੱਲ ਵਿੱਚ ਹੋਣਾ ਹੈਗਾ। ਇੱਕ ਤੇ ਤੁਸੀਂ ਅਹੀਰ ਬਰਾਦਰੀ ਵਾਲੇ ਜਿਹੜੇ ਲੋਕ ਹੈਗੇ ਨੇ ਉਹਨਾਂ ਦਾ ਜ਼ਿਕਰ ਕੀਤਾ, ਇੱਕ ਜਾਟ ਬਰਾਦਰੀ ਵਾਲੇ ਲੋਕ, ਤੇ ਇਹਦੇ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਬਹੁਤ ਵੱਡੀ ਗਿਣਤੀ ਹੁੰਦੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਹਿੰਦ ਹਕੂਮਤ ਕਹਿੰਦੀ ਹੈ ਜਾਂ ਸੰਵਿਧਾਨ ਦੇ ਮੁਤਾਬਕ ਜਾਂ ਬ੍ਰਾਹਮਣਵਾਦ ਲਫ਼ਜ਼ ਤੁਸੀਂ ਬੋਲਿਆ ਸੀਗਾ, ਬ੍ਰਾਹਮਣਵਾਦ ਦੇ ਮੁਤਾਬਕ ਜਿਹੜੇ ਮਤਲਬ ਛੋਟੇ ਲੋਕ ਜਿਨ੍ਹਾਂ ਨੂੰ ਉਹ ਕਹਿੰਦੇ ਹੈਗੇ ਆ, ਆਪਾਂ ਗੁਰਬਾਣੀ ਦੇ ਮੁਤਾਬਕ ਕੋਈ ਛੋਟਾ ਨਹੀਂ ਹੈਗਾ, ਇੱਥੇ ਕੋਈ ਵੱਡਾ ਨਹੀਂ ਹੈਗਾ, ਕੋਈ ਛੋਟਾ ਨਹੀਂ ਹੈਗਾ, ਪਰ ਜਿਨ੍ਹਾਂ ਨੂੰ ਉਹ ਕਹਿੰਦੇ ਆ ਕਿ ਦੱਬੇ ਕੁਚਲੇ ਲੋਕ, ਦਲਿਤ ਭਾਈਚਾਰੇ ਨਾਲ ਸੰਬੰਧਿਤ ਲੋਕ, ਕਈ ਵਾਰ ਨਾ ਮੈਂ ਵੇਖਦਾ ਹੈਗਾ ਕਿ ਉਹ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਉਹ ਆਪਣੇ ਹੱਕ ਵਿੱਚ ਭੁਗਤਾ ਜਾਂਦੀਆਂ ਨੇ, ਘੱਟ ਗਿਣਤੀ ਕੌਮਾਂ ਦਾ ਘਾਣ ਕਰਨ ਵਾਸਤੇ ਉਹਨਾਂ ਨੂੰ ਵਰਤ ਲੈਂਦੀਆਂ ਨੇ। ਸੋ ਜਿਹੜੇ ਹਰਿਆਣੇ ਦੇ ਉਹ ਲੋਕ ਹੈਗੇ ਨੇ ਜਿਨ੍ਹਾਂ ਨੂੰ ਇਹ ਦਲਿਤ ਭਾਈਚਾਰੇ ਦੇ ਲੋਕ ਕਹਿੰਦੇ ਹੈਗੇ ਆ, ਉਹ ਕਿੱਦਾਂ ਸਮਝਦੇ ਇਸ ਗੱਲ ਨੂੰ, ਜਾਂ ਸਮਝਦੇ ਨੇ ਕੁਛ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ? देखिए, जो दलित कम्युनिटी के जो हमारे भाई हैं उनको तो इस इशू में पढ़ना ही नहीं चाहिए। उनको इस वजह से इस इशू में नहीं पढ़ना चाहिए, भाई जमीन उनके पास नहीं है जी, तो वो क्यों इस चक्कर में पढ़ रहे हैं? भाई उनको अपनी नौकरियों के लिए, अपने रिजर्वेशन के लिए, जो उनके प्राइमरी जो इश्यूज हैं उनके चक्कर में उनको लड़ाई लड़नी चाहिए। लेकिन वो भी इन बहकावे में आकर जो है इस इशू को मतलब कि उठाने की अगर कोशिश करते हैं तो ये उनकी गलती है, ये उनकी नासमझी है, जिसका उनको कोई फायदा होने वाला नहीं है। जी, उन्होंने कोई फायदा होने वाला नहीं है। मनोज सिंह जी, हरियाणा ते पंजाब ਜਦੋਂ ਆਪਸ ਵਿੱਚ ਲੜਦੇ ਆ ਤਾਂ ਇਹਦਾ ਜਿਹੜਾ ਫਾਇਦਾ ਹੈਗਾ ਸਿੱਧਾ ਸਿੱਧਾ ਦਿੱਲੀ ਨੂੰ ਹੁੰਦਾ ਹੈਗਾ। ਤੁਸੀਂ ਇਹ ਗੱਲ ਕੀਤੀ ਹੈਗੀ ਆ, ਆਪਾਂ ਸਮਝਦੇ ਆ ਕਿ ਜ਼ਰੂਰ ਸਾਰਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ। ਇਦਾਂ ਹੀ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਦੇ ਵਿੱਚ ਇੱਕ ਹੋਰ ਲਫ਼ਜ਼ ਬੋਲਿਆ ਸੀਗਾ, ਇੱਕ ਹੋਰ ਲਾਈਨ ਬੋਲੀ ਸੀਗੀ ਕਿ ਜਿੱਦਾਂ ਬੋਲਿਆ ਸੀਗਾ ਕਿ ਸਾਨੂੰ ਸਾਡਾ ਲਾਣਾ ਦੇ ਦਿਓ, ਸਾਨੂੰ ਚੰਡੀਗੜ੍ਹ ਦੇ ਦਿਓ, ਸਾਨੂੰ ਹਿਮਾਚਲ ਦੇ ਦਿਓ, ਤੇ ਸਾਨੂੰ ਸਾਡਾ ਹਰਿਆਣਾ ਦੇ ਦਿਓ। ਨਾਲ ਇੱਕ ਲਾਈਨ ਬੋਲੀ ਸੀਗੀ ਕਿ ਜਿੰਨਾ ਚਿਰ ਸਾਨੂੰ ਸੋਵਰਨਟੀ ਦਾ, ਜਿੰਨਾ ਚਿਰ ਸਾਨੂੰ ਆਜ਼ਾਦੀ ਦਾ ਹੱਕ ਨਹੀਂ ਦਿੰਦੇ ਹੈਗੇ, ਉਨਾ ਚਿਰ ਅਸੀਂ ਪਾਣੀ ਤਾਂ ਛੱਡੋ ਤੁਪਕਾ ਵੀ ਨਹੀਂ ਦਿੰਦੇ ਹੈਗੇ। ਸੋ ਜਿਹੜੀ ਉਹ ਆਜ਼ਾਦੀ ਵਾਲੀ ਗੱਲ ਹੈਗੀ ਆ, ਮੈਂ ਉਦੋਂ ਵੀ ਪਿੱਛੇ ਚਲੇ ਜਾਣਾ ਥੋੜ੍ਹਾ ਜਿਹਾ, ਭਈ ਇਹ ਜਿਹੜਾ ਹੈਗਾ 50 ਵਰ੍ਹੇ ਹੋ ਗਏ ਚਲੋ ਹਰਿਆਣੇ ਨੂੰ ਪੰਜਾਬ ਦੇ ਨਾਲੋਂ ਵੱਖ ਹੋਇਆ ਨੂੰ, ਪਰ ਆਪਾਂ ਜਦੋਂ ਬਹੁਤ ਪਿੱਛੇ ਜਾਂਦੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਭਾਗ ਨੂੰ ਦੇਖਦੇ ਹਾਂ, ਜਦੋਂ ਆਪਾਂ ਉਹ ਵਾਲੇ ਪੰਜਾਬ ਦਾ ਨਕਸ਼ਾ ਦੇਖਦੇ ਹਾਂ ਤੇ ਉਸ ਨਕਸ਼ੇ ਦੀਆਂ ਹੱਦਾਂ ਸਰਹੱਦਾਂ ਤੁਸੀਂ ਦੇਖੋ ਕਿੱਥੋਂ ਲੈ ਕੇ ਕਿੱਥੇ ਤੱਕ ਅਫਗਾਨਿਸਤਾਨ ਦੇ ਨਾਲ ਛੂਹਦੀਆਂ ਹੱਦਾਂ ਜਿਹੜੀਆਂ ਉਸ ਰਾਜ ਦੀਆਂ। ਸੋ ਹਿਮਾਚਲ, ਹਰਿਆਣਾ, ਚੰਡੀਗੜ੍ਹ ਜਾਂ ਪੂਰੇ ਭਾਰਤ ਦੇ ਉਹ ਲੋਕ ਜਿਨ੍ਹਾਂ ਨੂੰ ਇਹ ਲੱਗਦਾ ਹੈਗਾ ਕਿ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਭਾਈਚਾਰੇ ਦੇ ਲੋਕ ਇਹ ਦੇਸ਼ को तोड़ने की बात करते हैं, कभी पंजाब ਦੇ ਪਾਣੀਆਂ ਦੇ ਨਾਂ ਦੇ ਉੱਪਰ ਕਿਸੇ ਦਾ ਮਰਡਰ ਕਰਦੇ ਆ, ਉਹਨਾਂ ਦੇ ਹਿਸਾਬ ਨਾਲ ਕਤਲ ਕਰਦੇ ਆ ਇੰਜੀਨੀਅਰ ਦਾ, ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣੇ ਹੋਰਾਂ ਨੇ ਜਿਹੜਾ ਕੀਤਾ ਹੈਗਾ। ਸੋ ਬਹੁਤ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਇਹ ਆਤੰਕ ਫੈਲਾਉਂਦੇ ਆ ਕਿਸੇ ਜਿਹੜਾ ਹੋਰ ਕੋਈ ਗਵਾਂਢੀ ਮੁਲਕ ਹੈਗਾ ਵੀ ਉਹਦੀ ਸ਼ਹਿ ਦੇ ਉੱਪਰ ਦੇਸ਼ ਵਿੱਚ ਆਤੰਕ ਫੈਲਾਉਂਦੇ ਆ। ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਤੁਹਾਨੂੰ, ਜਿਹੜੇ ਉਸ ਲੋਕ ਚਾਹੇ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਆ, ਚਾਹੇ ਪੰਜਾਬ ਦੇ ਵਿੱਚ, ਚਾਹੇ ਹਰਿਆਣੇ ਵਿੱਚ, ਜਿਹੜੇ ਇਹ ਚਾਹੁੰਦੇ ਆ ਕਿ ਸਾਨੂੰ ਮੁੜ ਉਹੀ ਰਾਜ ਚਾਹੀਦਾ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਹੋਇਆ ਕਰਦਾ ਸੀਗਾ, ਉਹਨੂੰ ਭਾਵੇਂ ਖਾਲਿਸਤਾਨ ਕਹਿ ਲਓ। ਸੋ ਉਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਵਾਕਈ ਜੇ ਉਹ ਰਾਜ ਭਾਗ ਸਥਾਪਿਤ ਹੁੰਦਾ ਤੇ ਉਹਦਾ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ? देखिए, वो एक इतना बड़ा मॉडल था महाराजा रणजीत सिंह के एडमिनिस्ट्रेशन का कि उससे बड़ा मॉडल जो है आज तक पूरी दुनिया में कभी खड़ा हुआ नहीं है। उसमें सभी धर्मों की रिस्पेक्ट थी, चाहे वो कोई भी धर्म हो। इवन मुसलमानों के लिए भी रिस्पेक्ट थी और हिंदुओं के लिए भी रिस्पेक्ट थी। सभी रिलीजन जो थे, सभी कम्युनिटीज उसमें बहुत शांति से रह रही थी और बहुत प्रोस्पेरिटी पंजाब के अंदर उस समय थी। कोई भी आदमी उस जमाने में अनपढ़ नहीं था, इलिटरेट नहीं था। अंग्रेजी दस्तावेज ये बताते हैं कि महाराजा रणजीत सिंह के टाइम में पंजाब के अंदर हर एक आदमी साक्षर था, पढ़ा लिखा था। उसके बाद यूनाइटेड पंजाब का जो मॉडल बना वो यूनियनिस्ट पार्टी के दौर में बना 1923 टू 1947 तक। ये दौर भी पंजाब के लिए एक गोल्डन दौर था। ये अलग बात है कि 47 में इस यूनियनिस्ट पार्टी को तोड़ने के लिए इन्होंने पंजाब को तोड़ दिया। तो अगर हम लोग यूनाइटेड पंजाब की बात करते हैं तो इसमें कोई गलत बात नहीं है। सोवर्निटी की बात यह है कि भाई हमें ज्यादा ऑटोनॉमी दी जाए। पंजाब के अंदर 1935 में गवर्नमेंट ऑफ इंडिया एक्ट जो आया था उसमें ऑटोनॉमी की बात की गई थी और प्रोविंशियल ऑटोनॉमी पंजाब में
स्थापित हुई थी, जिसमें सर सिकंदर हयात खान ब्रिटिश राज में पंजाब के प्राइम मिनिस्टर बने थे, और उनकी 42 में जब डेथ हो गई 1942 में, तो उनके बाद लेफ्टिनेंट कर्नल सर मलिक खिजर हयात खान टिवाना साहब पंजाब के प्राइम मिनिस्टर बने थे। तो वो दौर जो था वो प्रोविंशियल ऑटोनॉमी का दौर था, जिसमें पंजाब का में प्रधानमंत्री पद था। पंजाब में जैसे आज चीफ मिनिस्टर कहते हैं, उस जमाने में प्राइम मिनिस्टर कहा करते थे। तो वो जो दौर था हमारा प्राइम मिनिस्टरशिप का या प्रीमियरशिप का या प्रोविंशियल ऑटोनॉमी का, वो दौर तो ज्यादा अच्छा दौर था हमारे लिए। आज क्या है कि भाई जो सब्जेक्ट स्टेट का सब्जेक्ट है, उसमें भी जानबूझकर जो है सेंटर इंटरफेयर कर रही है। जैसे जो एग्रीकल्चर का सब्जेक्ट है वो स्टेट का सब्जेक्ट है, लेकिन उस स्टेट के सब्जेक्ट पर भी सेंटर जो है वो 3 कृषि कानून लेकर आई, जिसमें हमारी स्टेट की जो है बहुत सारी एनर्जी इन्होंने लगवाई। तो इसलिए जो सोवरेनिटी की बात है, सोवरेनिटी का मतलब है भाई हमें ऑटोनॉमी दो, हमें हमारा जो है कम से कम हम अपने फैसले खुद ले सकें, ऐसा न हो कि कॉरपोरेट हमारे फैसले ले। अभी जैसे ये दिल्ली मॉडल की बात करते हैं, दिल्ली मॉडल में इन्होंने भाई साहब क्या किया, और पंजाब में भी जो परसों जो बजट आया है उसमें भगवंत मान जी ने जो बजट लेके आए हैं, उसमें पंजाब में 117 मोहल्ला क्लिनिक ये स्थापित करेंगे, और 1 जुलाई 2022 से पंजाब के सभी नागरिकों को प्रति महीना 300 यूनिट मुफ्त घरेलू बिजली सप्लाई ये देंगे। इसको ये बना रहे हैं दिल्ली मॉडल, जो पंजाब पे लागू ये लोग कर रहे हैं, जबकि ये पंजाबी मॉडल नहीं है। दिल्ली मॉडल जो है वो स्लम का मॉडल है। वो जो झोपड़पट्टी में रहने वाले लोग हैं, उनको देखकर जो है दिल्ली सरकार अपना मॉडल तैयार कर रही है, क्योंकि अगर झोपड़पट्टी में रहने वाले गरीब आदमी को जो फैक्ट्री में मजदूरी करता है उसको फ्री बिजली दे देंगे, उसको जगह जो है रहने के लिए फ्री में दे देंगे, उसको फ्री में पानी दे देंगे, तो कॉर्पोरेट अगर उससे कम तनख्वाह भी देगा तो भी वो दिल्ली में टिक जाएगा, क्योंकि उसको ये तसल्ली होगी कि भाई कम से कम तनख्वाह बेशक कम है, लेकिन दिल्ली सरकार तो हमें फ्री में चीजें मुहैया करवा रही है। तो ये कॉर्पोरेट को फायदा पहुंचाने के लिए जो है आम आदमी के नाम पर मजदूरों को फ्री में बिजली दी जा रही है, जिससे कॉर्पोरेट उनको कम तनख्वाह दे और वो दिल्ली में टिका रहे। तो यही जो मॉडल है ये पंजाब में लागू कर रहे हैं फ्री में देने का, जबकि पंजाब का ये मॉडल नहीं है। संत जरनैल सिंह जी खालसा भिंडरवाला जी ने जो पंजाब के अंदर मॉडल लेकर आए थे, वो ये था कि पंजाब जो है वो व्यसन मुक्त हो जाए, पंजाब के अंदर नशे पते बंद हो जाए, पंजाब के अंदर शादियों में जो खर्चे होते हैं वो शादियों के खर्चे वो कम से कम हो जाएं। ये पंजाब का मॉडल था। अगर पंजाब के अंदर नशे कम हो जाएंगे, दारू बंद हो जाएगी, और जो है जो नशे हैं वो खत्म हो जाएंगे, तो पंजाब की तो अपने आप तरक्की होगी, पंजाब तो अपने आप प्रोस्पेरिटी की तरफ चलेगा। लेकिन इन्होंने पंजाब के अंदर दारू तो सस्ती कर दी, शराब सस्ती कर दी है, और ये फ्री में दे रहे हैं बिजली को। तो ये मॉडल जो है ये मॉडल पंजाब का नुकसान करेगा, ये पूरे खित्ते का नुकसान करेगा, पूरी स्टेट का नुकसान करेगा। तो इस वजह से पंजाब अपने असली मॉडल पर आए, पंजाब संत जरनैल सिंह जी भिंडरवाला जी के मॉडल पर आए, पंजाब सर छोटू राम जी, मियां सर फजले हुसैन, सर खिजर हयात खान टिवाना, सर सिकंदर हयात खान और बाबू मंगूराम मग्गोवालिया जी और महाराजा रंजीत सिंह के मॉडल पर आए, तो पंजाब चलेगा। ऐसा नहीं होगा कि लाला केजरीवाल के मॉडल के हिसाब से पंजाब चलेगा। और ये मॉडल, और इनका ये मॉडल फेल है। ये 3 महीने में जो मॉडल फेल हो गया है, क्योंकि संगरूर की सीट पर सरदार सिमरनजीत सिंह मान जी की जो जीत हुई है वो अपने आप में एक मैसेज है कि भाई दिल्ली का मॉडल जो है वो फेल हो चुका है। तो इस वजह से ये जो सिद्धू मूसेवाला भाई ने जो बात की कि हमें सोवरेनिटी चाहिए, हमें ऑटोनॉमी चाहिए, तो इसमें कोई उन्होंने गलत बात नहीं कही है, उन्होंने बिल्कुल सही बात कही है। क्योंकि दिल्ली से पंजाब नहीं चल सकता, दिल्ली से हरियाणा नहीं चल सकता, दिल्ली से यूनाइटेड पंजाब नहीं चल सकता। जी मनोज ਸਿੰਘ जी, कोई होर गल ਜਿਹੜੀ मैं ਤੁਹਾਨੂੰ ਪੁੱਛੀ ਨਾ ਹੋਵੇ ਪਰ ਤੁਹਾਡੇ ਮਨ ਵਿੱਚ ਘੁੰਮਦੀ ਹੋਵੇ, ਖਾਸ ਕਰਕੇ ਆਪਣੇ ਹਰਿਆਣੇ ਦੇ ਲੋਕਾਂ ਨੂੰ, ਜਾਂ ਜਿਹੜਾ ਉਹ ਗਾਇਕ ਮਾਸੂਮ ਸ਼ਰਮਾ ਜਾਂ ਉਦਾਂ ਦੀ ਸੋਚ ਲੈ ਕੇ ਜਿਹੜੇ ਘੁੰਮਦੇ ਲੋਕ, ਉਹਨਾਂ ਨੂੰ ਕੁਝ ਸਮਝਾਉਣਾ ਚਾਹੋਗੇ? देखिए, मेरा ये रिक्वेस्ट है, मेरा ये निवेदन है कि ये मासूम शर्मा, रामकेश जीवनपुरिया और ये जितने भी तमाम हरियाणा के सिंगर्स जिन्होंने पंजाब के खिलाफ गाना गाया है, ये लोग हरियाणा को रिप्रेजेंट नहीं करते,
इन लोगों की मंशा ठीक नहीं है। ये लोग बस केवल एक ही एजेंडा को और सरकारी एजेंडे को लेकर चले हुए हैं कि हरियाणा पंजाब आपस में लड़ें, जिससे कॉरपोरेट को फायदा हो, जिससे जो है दिल्ली को फायदा हो। तो हमको इनके बहकावे में नहीं आना। और जो भी आदमी हरियाणा पंजाब के आपस में लड़वाने की बात करता है, वो जो है हरियाणा का दुश्मन है, पंजाब का दुश्मन है, यूनाइटेड पंजाब का दुश्मन है। और दूसरा, जो अहीर बिरादरी है, हम लोग, वो हमारे भाई हैं, लेकिन वो अपने पानी का डिस्ट्रीब्यूशन जो है वो खुद अपना ढंग से करें। उस लड़ाई में हम उनका साथ देंगे कि वो गुड़गांव को जो पानी उनका जा रहा है, तो गुड़गांव में जिस स्टेट के लोग ज्यादा रहते हैं, उस स्टेट का पानी जो है गुड़गांव में आना चाहिए। ये स्पेशल पॉलिसी जो है गुड़गांव को लेकर बनानी चाहिए। तो हम लोग गंगा के पानी को भी हम लोग ला सकते हैं। ये हमारे लिए बड़ी बात नहीं है, लेकिन हम लोग आपस में जो है ना लड़ें। यही मेरा स्नेहा है, यही मेरा मैसेज है जी। जरूर मनोज सिंह जी, आपका बहुत बहुत धन्यवाद। मैं हिंदी में थोड़ा धन्यवाद ਤਾਂ ਕੀਤਾ ਹੈਗਾ ਕਿ ਕਈ ਸੱਜਣ ਹੋ ਸਕਦਾ ਸੋਚਣਗੇ ਕਿ ਯਾਰ ਇਹ ਬੰਦਾ ਪੰਜਾਬੀ ਚ ਬੋਲੀ ਜਾਂਦਾ ਤੇ ਸਰਦਾਰ ਮਨੋਜ ਸਿੰਘ ਜੀ ਨੇ ਹਿੰਦੀ ਵਿੱਚ ਗੱਲ ਕੀਤੀ ਹੈ। ਸਾਨੂੰ ਹਿੰਦੀ ਨਾਲ ਕੋਈ ਨਫ਼ਰਤ ਨਹੀਂ ਹੈ, ਸਾਨੂੰ ਦਿੱਲੀ ਨਾਲ ਕੋਈ ਨਫ਼ਰਤ ਨਹੀਂ ਹੈ, ਸਾਨੂੰ ਹਰਿਆਣੇ, ਹਿਮਾਚਲ, ਚੰਡੀਗੜ੍ਹ ਦੇ ਨਾਲ ਕੋਈ ਨਫ਼ਰਤ ਨਹੀਂ ਹੈ। ਸਾਨੂੰ ਪਿਆਰ ਹੈ ਉਸ ਬਾਣੀ ਦੇ ਨਾਲ ਜਿਹੜੀ ਬਾਣੀ ਪੂਰੀ ਮਨੁੱਖਤਾ ਨੂੰ ਇੱਕ ਕਲਾਵੇ ਦੇ ਵਿੱਚ ਲੈਂਦੀ ਹੈ। ਔਰ ਗੁਰੂ ਪਿਆਰੇ ਸਿੰਘ, ਆਪਾਂ ਰੋਜ਼ ਇੱਥੇ ਬੈਠ ਕੇ ਆਪਣੇ ਚੈਨਲ, ਆਪਣੇ ਸਟੂਡੀਓ ਤੋਂ ਗੱਲ ਕਰਦੇ ਹਾਂ ਕਿ ਗੁਰੂ ਪਿਆਰੇ ਸਿੰਘ ਗੁਰਦਰ ਸਾਹਿਬ ਮਾਰਗ ਦੇ ਉੱਪਰ ਚੱਲਦੇ ਆ, ਰਸਤਿਆਂ ਵਿੱਚ ਰੋਕ ਰੋਕ ਕੇ ਰਸਤਿਆਂ 'ਚ ਛਬੀਲਾ ਲਗਾਉਂਦੇ ਆ ਔਰ ਗੱਡੀਆਂ ਨੂੰ ਰੋਕ ਰੋਕ ਕੇ, ਉਹ ਗੱਡੀ ਦੇ ਉੱਪਰ ਨੰਬਰ ਪਲੇਟ ਲੱਗੀ ਹੁੰਦੀ ਹੈ, ਉਹ ਵੇਖਦੇ ਆ ਕਿ ਹਰਿਆਣੇ ਦੀ ਗੱਡੀ ਹੈ। ਉਹ ਉੱਥੇ ਇਹ ਨਹੀਂ ਸੋਚਦੇ ਹੈਗੇ ਕਿ ਇਹਨੂੰ ਲੰਘ ਲੈਣ ਦਿਓ, ਉਹਨੂੰ ਵੀ ਰੋਕਦੇ ਆ। ਉਹਨਾਂ ਨੂੰ ਕਹਿੰਦੇ ਕਿ ਭਾਈ ਸਾਹਿਬ ਜੀ ਜਲ ਛਕ ਕੇ ਜਾਇਓ। ਸੋ ਜਿਹੜੇ ਲੋਕ ਇਦਾਂ ਦੀ ਪ੍ਰਵਿਰਤੀ ਦੇ ਮਾਲਕ ਹੁੰਦੇ ਨੇ, ਉਹ ਆਂਢ ਗੁਆਂਢ ਕੋਈ ਵੀ ਸੂਬਾ ਪਾਣੀ ਖੁਣੋਂ ਪਿਆਸਾ ਮਰਦਾ ਹੋਵੇ ਤਾਂ ਉਹਨੂੰ ਮਰਨ ਨਹੀਂ ਦੇਣ ਲੱਗੇ। ਪਰ ਜਿਹੜੀ ਅਸਲ ਗੱਲ ਹੈਗੀ ਆ ਕਿ ਪੰਜਾਬ ਪਾਣੀ ਆਪਣਾ ਹਰਿਆਣੇ ਨੂੰ ਕਿਉਂ ਨਹੀਂ ਜਾਣ ਦਿੰਦਾ ਹੈਗਾ, ਉਹ ਜਿਹੜਾ ਕਿਉਂ ਲਫ਼ਜ਼ ਹੈਗਾ ਉਹਨੂੰ ਸਮਝਣ ਦੀ ਜ਼ਰੂਰਤ ਹੈ। ਮੈਂ ਉਮੀਦ ਕਰਦਾ ਕਿ ਬਹੁਤ ਸਾਰੇ ਸੱਜਣਾਂ ਨੇ ਲਾਹਾ ਲਿਆ ਹੋਊਗਾ। ਸਰਦਾਰ ਮਨੋਜ ਸਿੰਘ ਜੀ ਦੂਹਲ, ਉਹਨਾਂ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਾਰੀ ਗੱਲ ਸਮਝਾਉਣ ਦੀ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਜਿਹੜਾ ਹਰਿਆਣੇ ਦਾ ਪਾਣੀ ਹਰਿਆਣੇ ਤੋਂ ਦਿੱਲੀ ਨੂੰ ਜਾ ਰਿਹਾ ਹੈਗਾ, ਉਹਨੂੰ ਰੋਕਣ ਵਾਸਤੇ ਉਹ ਚਾਰਾਜੋਈ ਕਰਨ, ਅਸੀਂ ਨਾਲ ਖੜਾਂਗੇ। ਇਹ ਗੱਲ ਉਹਨਾਂ ਨੇ ਆਖੀ ਹੈ ਕਿ ਜਿਹੜਾ ਪਾਣੀ ਪੰਜਾਬ ਤੋਂ ਮੰਗਿਆ ਜਾ ਰਿਹਾ ਹੈਗਾ, ਦੂਹਲ ਜੀ ਦਾ ਕਹਿਣਾ ਹੈਗਾ ਕਿ ਉਹ ਪਾਣੀ ਤੁਹਾਡੇ ਲਾਗੇ ਗੰਗਾ ਵਗਦੀ ਹੈ, ਯਮੁਨਾ ਵਗਦੀ ਹੈ, ਉੱਥੋਂ ਹਰਿਆਣੇ ਨੂੰ ਲੈ ਕੇ ਆਉਣ ਦਾ ਕੋਈ ਨਾ ਕੋਈ ਕਰੋ ਸੰਘਰਸ਼। ਉਹਦੇ ਵਾਸਤੇ ਅਸੀਂ ਤੁਹਾਡੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ। ਤੀਜੀ ਗੱਲ, ਉਹਨਾਂ ਨੇ ਜਿਵੇਂ ਆਖਿਆ ਕਿ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਕਾਲੇ ਕਾਨੂੰਨ ਕੇਂਦਰ ਦੀ ਹਕੂਮਤ ਨੇ ਧੱਕੇ ਨਾਲ ਲਾ ਦਿੱਤੇ ਸੀ ਕਿਸਾਨਾਂ ਦੇ ਉੱਪਰ, ਤੇ ਪੰਜਾਬ ਤੇ ਹਰਿਆਣਾ ਐਦਾਂ ਇਕੱਠੇ ਹੋ ਕੇ ਗਲਵੱਕੜੀ ਪਾ ਕੇ ਇੱਕ ਦੂਜੇ ਦੇ ਮੋਢੇ ਤੇ ਹੱਥ ਰੱਖ ਕੇ ਦਿੱਲੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਲੜੇ, ਤਾਂ ਉਹ ਸੰਘਰਸ਼ ਜਿੱਤ ਲਿਆ ਗਿਆ ਜਦੋਂ ਤੁਸੀਂ ਇਕੱਠੇ ਹੋ ਕੇ ਲੜਦੇ ਹੋ। ਚੌਥੀ ਗੱਲ ਦੂਹਲ ਜੀ ਨੇ ਜਿਹੜੀ ਆਖੀ ਹੈ, ਉਹਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿ ਕੋਈ ਪਿੱਛੇ ਬੈਠ ਕੇ ਤੁਹਾਨੂੰ ਆਪਸ ਵਿੱਚ ਲੜਾ ਰਿਹਾ। ਪਿੱਛੇ ਦਾ ਭਾਵ ਇੱਕ ਪੱਤਰਕਾਰ ਹੋਣ ਦੇ ਨਾਤੇ ਖੁੱਲ੍ਹ ਕੇ ਦੱਸ ਦੇਣਾ। ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੀ ਸਰਕਾਰ ਦਿੱਲੀ ਬੈਠ ਕੇ ਤੁਹਾਨੂੰ ਆਪਸ ਵਿੱਚ ਲੜਾ ਰਹੀ ਹੈ। ਤੁਸੀਂ ਕੱਲ ਤੱਕ ਇਕੱਠੇ ਭਰਾ ਹੁੰਦੇ ਸੀਗੇ, 50 ਵਰੇ ਪਿੱਛੇ ਤੱਕ ਝਾਤ ਮਾਰ ਕੇ ਵੇਖ ਲਓ। ਨਵੀਂ ਪੀੜ੍ਹੀ ਸ਼ਰਮਾ ਜੀ ਤੇ ਉਹਨਾਂ ਦੇ ਆਸੇ-ਪਾਸੇ ਜਿਹੜੇ ਉਹਨਾਂ ਦੇ ਫਾਲੋਵਰ, ਉਹਨਾਂ ਦੇ ਫੈਨ ਨੇ, ਜਿਨ੍ਹਾਂ ਨੇ ਉਹਨਾਂ ਦਾ ਗਾਣਾ ਸੁਣਿਆ ਹੋਊਗਾ, ਉਹਨਾਂ ਨੂੰ ਵੀ ਸਮਝਣੀ ਚਾਹੀਦੀ ਹੈ ਕਿ ਤੁਸੀਂ ਇਕੱਠੇ ਭਰਾ ਹੀ ਸੀਗੇ। ਸੋ ਉੱਥੇ ਬੈਠ ਕੇ ਤੁਹਾਨੂੰ ਲੜਾ ਰਹੇ ਆ। ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਉਹਨਾਂ ਦੇ ਪਿੱਛੇ ਲੱਗ ਕੇ ਆਪਣੇ ਸੱਜੇ ਖੱਬੇ ਵੱਡੇ ਛੋਟੇ ਭਰਾ ਦੇ ਨਾਲ ਲੜਨਾ ਹੈ, ਜਾਂ ਇੱਕ ਦੂਜੇ ਨਾਲ ਗਲਵੱਕੜੀ ਪਾ ਕੇ ਤੁਸੀਂ ਆਪਣੇ ਸੰਘਰਸ਼ ਨੂੰ ਤਿੱਖਾ ਕਰਨਾ ਹੈਗਾ, ਜਿਹਦੇ ਨਾਲ ਉਹਨਾਂ ਨੂੰ ਭੱਜਣਾ ਪੈਣ ਤੇ ਸਹੀ ਮਾਇਨੇ ਵਿੱਚ ਉਦਾਂ ਦਾ ਰਾਜ ਭਾਗ ਸਥਾਪਿਤ ਹੋ ਜਾਵੇ ਜਿੱਦਾਂ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕਰਕੇ ਗਏ ਨੇ। ਮਨੋਜ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਜਿੰਨੀ ਵੀ ਗੱਲਬਾਤ ਹੋਈ ਹੈ, ਤੁਸੀਂ ਵੀ ਦਰਸ਼ਕੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਜ਼ਰੂਰ ਦਿਓ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।